ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਕਲਗੀਧਰ ਕੀ ਟਿਗ ਬੈਸੀ, ਚਲਿਓ ਪ੍ਰਸੰਗ ਤਜਿਓ ਤਨ ਜੈਸੀ। ਸ਼੍ਰੀ ਕਲਗੀਧਰ ਕੀ ਟਿਗ ਬੈਸੀ, ਚਲਿਓ ਪ੍ਰਸੰਗ ਤਜਿਓ ਤਨ ਜੈਸੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਨ ਰਾਈ। ਚਾਤਰਕ ਚੀਤ ਮੋਰ ਮੋਰਟ, ਸਵਾਤ ਦਿਦਾਰ ਕਵੈ ਇਹੋ ਪਾਈ। ਜਿਉ ਪਤੰਗ ਨੇਹੋ ਕੀ ਡੋਰ ਬਦਾ, ਡਗਡੋਲ ਸੋਲਿਓ ਮਿਲਾਈ। ਸਿੰਧੁ ਦਾਸਨ ਹੈ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਇੱਕ ਦਿਨ ਜਦੋਂ ਸਤਿਗੁਰੂ ਜੀ ਆਪਣੇ ਸੋਹਣੇ ਮਹਿਲਾਂ ਦੇ ਵਿੱਚ ਬੈਠੇ ਸਨ, ਮਾਤਾ ਅਜੀਤ ਕੌਰ ਜੀ ਨੇ ਉਸ ਸਮੇਂ ਦੋਵੇਂ ਹੱਥ ਜੋੜੇ, ਬੜੀ ਨਿਮਰਤਾ ਗਰੀਬੀ ਮਨ ਦੇ ਵਿੱਚ ਧਾਰਨ ਕਰਦੇ ਹੋਇਆਂ ਬੇਨਤੀ ਕਰਨ ਲੱਗੇ, ਮਹਾਰਾਜ ਮੈਨੂੰ ਵੀ ਕੋਈ ਹੋਏ ਜਿਹਾ ਉਪਦੇਸ਼ ਬਖਸ਼ੋ ਜਿਹਦੇ ਨਾਲ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏ। ਜਿਸ ਤਰ੍ਹਾਂ ਆਪ ਜੀ ਨੇ ਬੇਅੰਤ ਗੁਰ ਸਿੱਖਾਂ ਦੀ ਕਲਿਆਣ ਕੀਤੀ ਹੈ। ਦਸ਼ਮੇਸ਼ ਪਿਤਾ ਨੇ ਉਸ ਸਮੇਂ ਮਾਤਾ ਜੀ ਨੂੰ ਫਿਰ ਜਿਹੜਾ ਹੈ ਸਹਿਜ ਯੋਗ ਉਸ ਨੂੰ ਕਰਨ ਦੇ ਲਈ ਆਪਣੇ ਵੱਲੋਂ ਜੋ ਵੀ ਢੰਗ ਤਰੀਕੇ ਜੁਗਤੀਆਂ ਦਸੀਆਂ ਸਨ, ਮਾਤਾ ਜੀ ਰੋਜ਼ਾਨਾ ਇਕਾਂਤ ਦੇ ਵਿੱਚ ਬੈਠ ਕਰਕੇ ਬੜਾ ਅਭਿਆਸ ਕਰਨ ਲੱਗ ਪਏ ਸਨ। ਰੋਜ਼ ਦਾ ਜਿਹੜਾ ਖਾਣਾ ਪੀਣਾ ਉਹ ਵੀ ਬਹੁਤ ਜ਼ਿਆਦਾ ਘਟਾ ਦਿੱਤਾ, ਅਲਪਹਾਰੀ ਬਣ ਚੁੱਕੇ ਸਨ। ਜਦੋਂ 6 ਮਹੀਨੇ ਲੱਗੇ, ਉਸੇ ਵਕਤ ਮਾਤਾ ਜੀ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣ ਲੱਗ ਪਈਆਂ ਸਨ। 12 ਮਹੀਨਿਆਂ ਤੋਂ ਬਾਅਦ ਤਾਂ ਫਿਰ ਆਪ ਜੀ ਨੂੰ ਇਹ ਤਿੰਨੇ ਕਾਲਾਂ ਦਾ ਗਿਆਨ ਪ੍ਰਾਪਤ ਹੋ ਗਿਆ। ਪਰ ਜਦੋਂ ਮਾਤਾ ਜੀ ਦੇ ਸਾਹਮਣੇ ਜਿਵੇਂ ਜਿਵੇਂ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨੀਆਂ ਸਨ, ਆਨੰਦਪੁਰ ਦਾ ਤਿਆਗ
ਸਰਸਾ ਨਦੀ ਦੇ ਕਿਨਾਰੇ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵੀ ਖੇਰੂ ਖੇਰੂ ਹੋ ਚੁੱਕਿਆ ਸੀ। ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਨਾਲ ਜੰਗਲਾਂ ਬੀਆਬਾਨਾਂ ਨੂੰ ਚੀਰਦਿਆਂ ਹੋਏ ਅੱਗੇ ਨੂੰ ਜਾ ਰਹੇ ਸੀ। ਬਹੁਤ ਵੱਡੇ ਵੱਡੇ ਜਿਹੜੇ ਵਿਘਨ ਆਉਣ ਵਾਲੇ ਸਮੇਂ ਦੇ ਵਿੱਚ ਪੈਣੇ ਸੀ, ਉਹ ਮਾਤਾ ਜੀ ਨੂੰ ਇਹ ਸਾਰਾ ਸੀਨ ਪਹਿਲਾਂ ਹੀ ਸਾਹਮਣੇ ਨਜ਼ਰ ਆਉਣ ਲੱਗ ਪਿਆ। ਕਹਿਣ ਲੱਗੇ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਪਣੀ ਜਿਹੜੀ ਸੰਤਾਨ, ਆਪਣੀ ਕੁੱਲ ਨੂੰ ਤਾਂ ਦੁਨੀਆ ਦੇ ਵਿੱਚ ਹਰੇਕ ਹੀ ਰੱਖਣਾ ਚਾਹੁੰਦਾ, ਕੋਈ ਹੈ ਗਰੀਬ ਹੈ, ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਚਾਹੁੰਦੇ ਹਨ ਵੀ ਮੇਰੀ ਸਾਂਝ ਇਸੇ ਤਰ੍ਹਾਂ ਸਮਾਜ ਦੇ ਵਿੱਚ ਬਣੀ ਰਹੇ। ਪੁੱਤੀ ਗੰਢ ਪਵੇ ਸੰਸਾਰ, ਆਪ ਵੀ ਆਪਣੇ ਸਾਹਿਬਜ਼ਾਦਿਆਂ ਨੂੰ ਰੱਖਣਾ ਕਰੋ। ਸੁਣ ਕਰਕੇ ਮਹਾਰਾਜ ਕਹਿਣ ਲੱਗੇ ਵੀ ਹੁਣ ਦੱਸੋ, ਇਹ ਜਿਹੜਾ ਯੋਗ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਸਾਧੇ ਹੈ, ਜਾਂ ਫਿਰ ਆਪਣੀ ਜਿਹੜੀ ਸੰਤਾਨ ਕੁੱਲ ਦੁਨੀਆ ਦੇ ਵਿੱਚ ਰੱਖਣ ਦੇ ਲਈ ਇਤਨਾ ਅਭਿਆਸ ਕਰਿਆ ਹੈ। ਪਰ ਮਾਤਾ ਜੀ ਕਹਿਣ ਲੱਗੇ, ਮਹਾਰਾਜ ਫਿਰ ਮੇਤੋਂ ਤਾਂ ਇਹ ਪਾਣਾ ਸਾਹਮਣੇ ਦੇਖ ਨਹੀਂ ਹੋਣਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਆਪਣਾ ਜਿਹੜਾ ਹੈ ਅਚਲ ਕਰ ਸੱਚਖੰਡ ਨੂੰ ਚਲੇ ਜਾਓ। ਇਹ ਤਾਂ ਭਾਣਾ ਇਸੇ ਤਰ੍ਹਾਂ ਹੀ ਵਰਤ ਕੇ ਰਹਿਣਾ ਹੈ। ਮਾਤਾ ਜੀ ਵੀ ਬ੍ਰਹਮਨੰਦਰ ਨੂੰ ਭੰਨ ਕਰਕੇ ਸੱਚਖੰਡ ਦੇ ਵਿੱਚ ਚਲੇ ਗਏ ਸਨ। ਪਰਿਵਾਰ ਨੇ ਸੰਗਤਾਂ ਦੇ ਸਮੇਤ ਰਲ ਮਿਲ ਕਰਕੇ ਮਾਤਾ ਜੀ ਦੇ ਸਰੀਰ ਦਾ ਜਿਹੜਾ ਸੰਸਕਾਰ ਵੀ ਕਰ ਦਿੱਤਾ ਸੀ। ਜਦੋਂ ਇਹ ਦੁਖਦਾਈ ਵਾਰਤਾ ਸੰਗਤਾਂ ਦੇ ਵਿੱਚ ਪਤਾ ਲੱਗਿਆ, ਆਲੇ ਦੁਆਲੇ ਬਹੁਤ ਸਾਰੇ ਪ੍ਰੇਮੀ ਉਹ ਵੀ ਮਹਾਰਾਜ ਦੇ ਪਾਸ ਅਫਸੋਸ ਕਰਨ ਵਾਸਤੇ ਪਹੁੰਚੇ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਕਲਗੀਧਰ ਕੀ ਢਿੱਗ ਬੈਸੀ। ਬੜੀਆਂ ਜਿਹੜੀਆਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ 'ਚ ਬੈਠੀਆਂ ਸਨ। ਚਲਿਓ ਪ੍ਰਸੰਗ ਤਜਿਓ ਤਨ ਜੈਸੀ। ਜਿਵੇਂ ਮਾਤਾ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਸੀ, ਇਹ ਵੀ ਵਾਰਤਾ ਗੁਰ ਸਿੱਖਾਂ ਦੇ ਵਿੱਚ ਚੱਲ ਰਹੀ ਹੈ। ਇੱਕ ਤਾਂ ਹੈ ਪਰਸਰਾਮ ਬੈਰਾਗੀ। ਉੱਥੇ ਇੱਕ ਪਰਸਰਾਮ ਨਾਮ ਦਾ ਜਿਹੜਾ ਬੈਰਾਗੀ, ਇਹ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਹੀ ਬੈਠਾ ਸੀ। ਸੁਣ ਕੇ ਜੋਗ ਬਾਤ ਅਨੁਰਾਗੀ। ਜਦੋਂ ਉਹਨੂੰ ਪਤਾ ਲੱਗਿਆ ਵੀ ਮਾਤਾ ਜੀ ਨੇ ਪਹਿਲਾਂ ਸਹਿਜ ਯੋਗ ਦੀ ਕਮਾਈ ਕੀਤੀ, ਫਿਰ ਸੁਤੇ ਸਿੱਧ ਆਪਣਾ ਜਿਹੜਾ ਸਰੀਰ ਤਿਆਗ ਕਰਕੇ ਉਹ ਤਾਂ ਪਰਮ ਧਾਮ ਦੇ ਵਿੱਚ ਪਹੁੰਚ ਗਏ ਹਨ। ਬ੍ਰਹਮ ਰੰਦਰ ਕੋ ਪੋਰ ਸਿਧਾਰੀ। ਬਹੁਤ ਸਾਰੇ ਸਿਆਣੇ ਸਿਆਣੇ ਪ੍ਰੇਮੀ ਜੋ ਵੀ ਉੱਥੇ ਸਤਿਗੁਰੂ ਜੀ ਦੇ ਚਰਨਾਂ 'ਚ ਅਫਸੋਸ ਜ਼ਾਹਰ ਕਰ ਰਹੇ ਸਨ। ਇਹੋ ਜਿਹੇ ਬਚਨ ਬਿਲਾਸ ਪਰਸਰਾਮ ਬੈਰਾਗੀ ਨੇ ਵੀ ਸੁਣੇ ਵੀ ਮਾਤਾ ਜੀ ਨੇ ਆਪਣੇ ਜਿਹੜੇ ਸਵਾਸ 10 ਦੁਆਰ ਦੇ ਰਾਹੀਂ ਬਾਹਰ ਕੱਢੇ ਸਨ। ਬਿਸਮਨ ਬੂਝਨ ਹੇਤ ਉਚਾਰੀ। ਇਹਨੇ ਵੀ ਮਹਾਰਾਜ ਦੇ ਅੱਗੇ ਸਹਿਜ ਯੋਗ ਦੇ ਬਾਰੇ ਪੁੱਛਣ ਦੇ ਲਈ ਬੇਨਤੀ ਕਰ ਦਿੱਤੀ ਹੈ। ਜਿਮ ਵੱਡ ਭਾਗਨ ਕੋ ਉਪਦੇਸ਼ਾ। ਸੱਚੇ ਪਾਤਸ਼ਾਹ ਵੀ ਜਿਵੇਂ ਵੱਡੇ ਭਾਗਾਂ ਵਾਲੇ ਮਾਤਾ ਜੀਤ ਕੌਰ ਜੀ ਨੇ ਵੀ ਆਪ ਜੀ ਦੇ ਪਾਸੋਂ ਇਹੋ ਜਿਹਾ
ਉਪਦੇਸ਼ ਪ੍ਰਾਪਤ ਕੀਤਾ ਸੀ। ਕਿਰਪਾ ਕਰੋ ਮੁਝ ਕਹੀਏ ਤੈਸਾ। ਉਹੀ ਜਿਹੜਾ ਸਹਿਜ ਜੋਗ ਮੈਂ ਵੀ ਕਮਾਉਣਾ ਚਾਹੁੰਦਾ ਹਾਂ। ਥੋੜੇ ਦਿਵਸਨ ਮੈਂ ਸਿੱਧ ਹੋਵਾ। ਇਹਨੇ ਵੀ ਇਹੋ ਜੀ ਮਿਹਨਤ ਕੀਤੀ, ਬੰਦਗੀ ਕਰਦਿਆਂ ਸਫਲਤਾ ਪ੍ਰਾਪਤ ਕਰ ਲਈ ਹੈ। ਬਿਦਤ ਦੀਹ ਤਿਆਗਨ ਮਹਿ ਜੋਵਾ। ਹੁਣ ਜਿਹੜਾ ਪਰਸਰਾਮ ਬੈਰਾਗੀ, ਇਹ ਵੀ ਆਪਣਾ ਜਿਹੜਾ ਸਰੀਰ ਮੌਤ ਦੇ ਵਿੱਚ ਤਿਆਗਣ ਦੇ ਲਈ ਬੜਾ ਸਮਰੱਥ ਹੋ ਗਿਆ ਹੈ। ਪਰਿਓ ਆਨ ਮੈਂ ਸ਼ਰਨ ਤੁਮਾਰੀ। ਕਹਿ ਲੱਗਿਆ ਮਹਾਰਾਜ ਮੈਂ ਵੀ ਭਟਕਦਾ ਹੋਇਆ ਆਪ ਦੀ ਸ਼ਰਨ ਦੇ ਵਿੱਚ ਬੜੀ ਦੂਰੋਂ ਚੱਲ ਕਰਕੇ ਪਹੁੰਚਿਆ। ਉਪਦੇਸ਼ੋ ਲਖ ਕਰ ਅਧਿਕਾਰੀ। ਮੈਨੂੰ ਵੀ ਜੋਗ ਅਧਿਕਾਰੀ ਜਾਣਦਿਆਂ ਹੋਇਆ ਇਹੋ ਜਿਹੀਆਂ ਜੁਗਤੀਆਂ ਸੱਚੇ ਪਾਤਸ਼ਾਹ ਦੱਸਣੀਆਂ ਕਰੋ। ਭਇਓ ਦੀਨ ਕਲੰਗੀ ਧਰ ਜਾਨਾ। ਜਦੋਂ ਗੁਰੂ ਜੀ ਨੇ ਦੇ ਲਿਆ ਵੀ ਇਹਦੇ ਮਨ ਦੇ ਵਿੱਚ ਵੀ ਬੜੀ ਨਿਮਰਤਾ, ਬੜੀ ਗਰੀਬੀ ਪੈਦਾ ਹੋ ਚੁੱਕੀ ਹੈ, ਇਹ ਵੀ ਹੁਣ ਸਹਿਜ ਜੋ ਦੀ ਜਿਹੜੀ ਹੈ ਕਮਾਈ ਕਰਨੀ ਚਾਹੁੰਦਾ ਹੈ। ਤਿਸ ਹੀ ਬਿਦ ਕੋ ਜੋਗ ਬਖਾਨਾ। ਉਸੇ ਤਰ੍ਹਾਂ ਦੇ ਢੰਗ ਤਰੀਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਨੇ ਪਰਸਰਾਮ ਬੈਰਾਗੀ ਨੂੰ ਵੀ ਆਪਣੇ ਵੱਲੋਂ ਦੱਸ ਦਿੱਤੇ ਸਨ। ਸਭ ਬਿਦ ਤੇ ਸਮਝਾਵਨ ਕਰਿਓ। ਬੜੀ ਵਿਧੀ ਪੂਰਕ ਸਤਿਗੁਰੂ ਜੀ ਨੇ ਪਾਸ ਬੈਠ ਕਰਕੇ ਇਹਨੂੰ ਇਹੋ ਜਿਹੇ ਜਿਹੜੇ ਪਰਮਾਰਥੀ ਬਚਨਾ ਦੁਆਰਾ ਸਮਝਾ ਦਿੱਤਾ ਸੀ। ਜਥਾ ਜੋਗ ਤੈਨਾ ਸਾਧਨ ਧਰਿਓ। ਇਹ ਵੀ ਸਰੀਰ ਦੇ ਮੁਤਾਬਕ ਬੜੀ ਸਾਧਨਾ ਕਰਨ ਲੱਗ ਪਿਆ ਸੀ। ਸਤ ਸੰਗਤ ਕੋ ਪ੍ਰਾਪਤ ਸੋ ਭਇਓ। ਜਿਵੇਂ ਸੰਗਤ ਦੇ ਵਿੱਚ ਆ ਕਰਕੇ ਪਹਿਲਾਂ ਇਹਨੇ ਹੱਥਾਂ ਦੇ ਨਾਲ ਬੜੀ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਜੋਗ ਸਾਧ ਰਬ ਭੇਦਤ ਗਇਓ। ਇਸੇ ਤਰ੍ਹਾਂ ਫਿਰ ਸੂਰਜ ਮੰਡਲ ਨੂੰ ਭੇਦ ਕਰਕੇ ਫਿਰ ਅੱਗੇ ਇਹ ਬ੍ਰਹਮ ਲੋਕ ਦੇ ਵਿੱਚ ਪਹੁੰਚ ਗਿਆ ਸੀ। ਭਾਖਤ ਰਾਮ ਕੋਇਰ ਕਥ ਪਾਈ। ਜਦੋਂ ਇਹ ਸਾਰੀ ਕਥਾ ਭਾਈ ਰਾਮ ਕੋਇਰ ਜੀ ਪੂਰਨ ਬ੍ਰਹਮ ਗਿਆਨੀ ਤਤਵਤੇ ਮਹਾਂਪੁਰਖਾਂ ਨੇ ਖਾਲਸੇ ਦੇ ਪਾਸ ਆਪਣੇ ਵੱਲੋਂ ਸੁਣਾਈ ਹੈ। ਸੁਨਹੁ ਖਾਲਸਾ ਹਿਤ ਚਿਤ ਲਾਈ। ਇਹ ਖਾਲਸਾ ਜੀ ਸਤਿਗੁਰੂ ਜੀ ਦੇ ਜਿਹੜੇ ਅਚਰਜ ਕੌਤਕ, ਉਹਨਾਂ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਰੋ। ਮੈਂ ਪੀ ਸੋ ਬਿਦ ਭੋਜਨ ਕੀਨੀ। ਵੀ ਉਸ ਵਕਤ ਦਸ਼ਮੇਸ਼ ਪਿਤਾ ਦੇ ਅੱਗੇ ਹੋ ਕੇ ਮੈਂ ਵੀ ਆਪਣੇ ਵੱਲੋਂ ਹੱਥ ਜੋੜੇ ਸਨ। ਪਰਸਰਾਮ ਸੋ ਜੋ ਕਹਿ ਦੀਨੀ। ਜਿਵੇਂ ਮਹਾਰਾਜ ਨੇ ਪਰਸਰਾਮ ਬੈਰਾਗੀ ਨੂੰ ਬੰਦਗੀ ਕਰਨ ਦੇ ਲਈ ਆਪਣੇ ਵੱਲੋਂ ਬਹੁਤ ਸਾਰੇ ਹੋ ਜੇ ਢੰਗ ਤਰੀਕੇ ਸਮਝਾਏ ਸਨ। ਸੁਨ ਕਰ ਕਲੰਗੀ ਧਰ ਮੁਸਕਾਈ। ਪਰ ਜਦੋਂ ਮੈਂ ਆਪਣੇ ਵੱਲੋਂ ਅਰਜ਼ ਕੀਤੀ, ਸੁਣ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬੜੇ ਮੁਸਕਰਾਉਣ ਲੱਗ ਪਏ ਸਨ। ਮੋਹ ਸੰਗ ਕਹਿਓ ਅਦਕ ਅਪਨਾਈ। ਉਸ ਸਮੇਂ ਸਤਿਗੁਰੂ ਜੀ ਨੇ ਆਪਣਾ ਜਾਣਦਿਆਂ ਹੋਇਆਂ ਇਹ ਬਚਨ ਆਪਣੀ ਰਸਨਾ ਤੋਂ ਕੀਤੇ ਸਨ। ਬ੍ਰਹਮ ਆਤਮਾ ਸੱਚ ਦਾ ਆਨੰਦ। ਵੀ ਜੋ ਬ੍ਰਹਮ ਆਤਮ ਸੱਚ ਦਾ ਆਨੰਦ ਅਕਾਲ ਪੁਰਖ ਵਾਹਿਗੁਰੂ ਰੂਪ ਨਾ ਰੇਖਰ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭਨ ਤਿਸੈ ਬੁਝਾਏ ਨਾਨਕਾ। ਜਿਸ ਹੋਵੇ ਸੋ ਪ੍ਰਸੰਨ ਜੋ ਰੂਪ ਤੋਂ ਰੇਖ ਤੋਂ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ। ਉਸ ਸਮੇਂ ਸਤਿਗੁਰੂ ਜੀ ਨੇ ਮੈਨੂੰ ਵੇਰੇ ਹੋ ਜਾਏ ਬਚਨ ਕੀਤੇ ਸੀ। ਗਿਆਨ ਭਇਓ ਸੁਖ ਭੋਗ ਬਿਲੰਦ। ਵੀ ਤੁਸੀਂ ਤਾਂ ਪਹਿਲਾਂ ਹੀ ਉਸ ਨਿਰਗੁਣ ਪ੍ਰਭੂ ਦੇ ਵਿੱਚ ਮਿਲ ਚੁੱਕੇ ਹੋ। ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨ ਸਦੇਹਾ। ਤੁਹਾਡੇ ਵਿੱਚ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਹੈ। ਕਹਿਓ ਸ਼ਬਦ ਮੈਂ ਜੋ ਤਤ ਸਾਰ। ਵੀ ਜਿਹੜੇ ਤਤ ਸਿਧਾਂਤ ਦੇ ਸ਼ਬਦ ਮੈਂ ਮਹਾਰਾਜ ਦੇ ਅੱਗੇ
ਉਸ ਸਮੇਂ ਦ ਕੀਤੇ ਸਨ। ਸੋ ਤਬ ਪ੍ਰਾਪਤ ਹੈ ਉਦਾਰ। ਮਹਾਰਾਜ ਕਹਿਣ ਲੱਗੇ ਭਾਈ ਰਾਮ ਕੌਰ ਜੀ, ਹੁਣ ਜਿਹੜਾ ਉਪਦੇਸ਼, ਜਿਹੜਾ ਤਤ ਸਿਧਾਂਤ ਆਮ ਜਗਿਆਸੂ ਸਾਡੇ ਕੋਲੋਂ ਪ੍ਰਾਪਤ ਕਰਨਾ ਚਾਹੁੰਦੇ ਹਨ, ਇਹ ਜੇ ਇਹੋ ਜੀ ਅਵਿਨਾਸ਼ੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ, ਉਹ ਜਿਹੜੀ ਅਵਸਥਾ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਅੰਤ ਕਾਲ ਜਬ ਹੋਵਹਿ ਤੋਰਾ। ਵੀ ਜਦੋਂ ਵੀ ਤੁਸੀਂ ਨਾ ਇਹ ਆਪਣਾ ਪੰਜ ਭੌਤਿਕ ਸਰੀਰ ਤਿਆਗ ਦੇਣਾ ਹੈ, ਤਾਹੀਂ ਸਮੈ ਦਰਸ਼ਨ ਹੋਈ ਮੋਰਾ। ਉਸ ਵਕਤ ਵੀ ਸਾਡਾ ਜਿਹੜਾ ਦਰਸ਼ਨ ਤੁਹਾਨੂੰ ਐਨ ਪ੍ਰਤੱਖ ਤੌਰ ਤੇ ਹੋ ਜਾਣਾ ਹੈ। ਮੋਹਿ ਚਰਨ ਕੋ ਸਿੱਖ ਮੁਖ ਹੈ। ਮਹਾਰਾਜ ਕਹਿਣ ਲੱਗੇ ਭਾਈ ਰਾਮ ਕੌਰ ਜੀ, ਤੁਸੀਂ ਤਾਂ ਸਾਰੀਆਂ ਸੰਗਤਾਂ ਦੇ ਵਿੱਚੋਂ ਮੇਰੇ ਬੜੇ ਮੁਖੀ ਔਰ ਕਮਾਈ ਵਾਲੇ ਗੁਰ ਸਿੱਖੋਂ, ਤੁਹਾਡਾ ਤਾਂ ਜਨਮ ਹੀ ਇਹੋ ਜਿਹੇ ਇੱਕ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪਰਿਵਾਰ ਦੇ ਵਿੱਚ ਹੋਇਆ ਹੈ। ਮਮ ਸਮੀਪਤਾ ਸਦ ਹੀ ਲਹੈ। ਤੁਹਾਨੂੰ ਤਾਂ ਇਹ ਮੇਰੇ ਚਰਨਾਂ ਦੀ ਜਿਹੜੀ ਨੇੜਤਾ ਨਾ ਸਦਾ ਵਾਸਤੇ ਪ੍ਰਾਪਤ ਹੋ ਚੁੱਕੀ ਹੈ। ਨਿਸ ਦਿਨ ਮਨ ਸਤਿਗੁਰ ਮਹਿ ਲਾਇਓ। ਤੁਹਾਡਾ ਤਾਂ ਪਹਿਲਾਂ ਤੋਂ ਹੀ ਮਨ ਜਿਹੜਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਚੁੱਕਿਆ ਹੈ। ਨਹੀਂ ਵਿਕਾਰ ਛੋਹਨ ਕੋ ਪਾਇਓ। ਕਦੇ ਵੀ ਤੁਹਾਡੇ ਮਨ ਅੰਦਰ ਇਹੋ ਜਿਹਾ ਕੋਈ ਵੀ ਸੰਕਲਪ ਵਿਕਲਪ ਪੈਦਾ ਨਹੀਂ ਹੋਇਆ ਹੈ। ਇਤਿਆਦਿਕ ਮੁਝ ਸੋ ਤਬ ਕਹਿਓ। ਇਹੋ ਜਿਹੇ ਜਦੋਂ ਪ੍ਰਵਚਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਪਰੇ ਦਰਬਾਰ ਦੇ ਵਿੱਚ ਜਦੋਂ ਮੈਨੂੰ ਕੀਤਾ ਸੀ, ਗੁਰੂ ਕਿਰਪਾਲ ਆਪਨ ਪਰ ਲਹਿਓ। ਮੈਂ ਵੀ ਦੇ ਲਿਆ ਵੀ ਸਤਿਗੁਰੂ ਜੀ ਦੀ ਤਾਂ ਮੇਰੇ ਉੱਪਰ ਪਹਿਲਾਂ ਹੀ ਬੜੀ ਅਪਾਰ ਔਰ ਰਹਿਮਤ ਬਖਸ਼ਿਸ਼ ਹੈ। ਹਾਥ ਬੰਦ ਮੈਂ ਬੰਧਨ ਕੀਨ। ਮੈਂ ਤਾਂ ਫਿਰ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਹੀ ਟੇਕ ਦਿੱਤਾ ਸੀ। ਪਾਦੇ ਅਰਬਿੰਦਨ ਸਿਰ ਧਰ ਦੀਨ। ਆਪਣਾ ਜਿਹੜਾ ਸੀਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ। ਜਦੋਂ ਇਹੋ ਜਿਹੇ ਬੜੇ ਮਹਾਰਾਜ ਨੇ ਇਹ ਮਾਨ ਸਤਿਕਾਰ ਦੇ ਬਚਨ ਮੈਨੂੰ ਕੀਤੇ ਸਨ। ਸੁਨਿਆ ਹੈ ਸਾਹਿਬ ਸਿੰਘ ਲਿਖਾਰੀ। ਭਾਈ ਸਾਹਿਬ ਸਿੰਘ ਨੂੰ ਉਸ ਵਕਤ ਭਾਈ ਰਾਮ ਕੌਰ ਜੀ ਨੇ ਲਿਖਾਰੀ ਲਗਾਇਆ ਹੋਇਆ ਸੀ। ਜਦੋਂ ਇਹ ਸਾਰੀ ਕਥਾ ਭਾਈ ਰਾਮ ਕੌਰ ਜੀ ਖਾਲਸੇ ਨੂੰ ਅਨੁਭਵ ਦੁਆਰਾ ਸੁਣਾਇਆ ਕਰਦੇ ਸਨ। ਇਹ ਸਾਖੀ ਗੁਰ ਆਪ ਉਚਾਰੀ। ਇਹ ਜਿਹੜੀ ਸਾਖੀ ਦੀਨ ਦੁਨੀਆ ਦੇ ਮਾਲਕ ਨੇ ਆਪਣੀ ਰਸਨਾ ਤੋਂ ਉਸ ਵਕਤ ਉਚਾਰਨ ਕੀਤੀ ਸੀ। ਮੋ ਕਹੋ ਦੀਨੀ ਕਿਰਪਾ ਕਰਕੇ। ਉਹ ਸਮੇਂ ਇਹੋ ਜਿਹੇ ਬੜੇ ਜਿਹੜੇ ਪ੍ਰਵਚਨ ਸਤਿਗੁਰੂ ਜੀ ਨੇ ਮੇਰੇ ਨਾਲ ਬੈਠ ਕਰਕੇ ਸਾਰਿਆਂ ਦੇ ਸਾਹਮਣੇ ਕੀਤਾ ਸੀ। ਜਿਵੇਂ ਜਿਵੇਂ ਮਹਾਰਾਜ ਨੇ ਇਹ ਬਚਨ ਸੁਣਾਏ ਤੇ ਉਸੇ ਤਰ੍ਹਾਂ ਫਿਰ ਮੈਂ ਹੁਣ ਤੁਹਾਨੂੰ ਵੀ ਦੱਸ ਰਿਹਾ ਹਾਂ। ਤੂੰ ਲਿਖ ਸਿੱਖਨ ਹੇਤ ਸੁਧਰ ਕੇ। ਸੰਗਤਾਂ ਦੇ ਭਲੇ ਵਾਸਤੇ ਬਚਨ ਤੈਂ ਵੀ ਆਪਣੇ ਵੱਲੋਂ ਲਿਖ ਦੇਣੇ ਹਨ। ਸਭ ਸੁਖਦਾਇਕ ਗੁਰ ਕੀ ਕਥਾ। ਜੋ ਸਤਿਗੁਰੂ ਜੀ ਦੀ ਪਾਵਨ ਕਥਾ, ਇਹ ਤਾਂ ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ। ਸ਼ਰੋਤਾ ਜਿਮ ਬਾਂਛਤ ਦੇ ਤਥਾ। ਜਿਵੇਂ ਵੀ ਸਰੋਤੇ ਜਨ ਚਾਹੁਣ ਉਸੇ ਤਰ੍ਹਾਂ ਦਾ ਜਿਹੜਾ ਫਲ ਸਤਿਗੁਰੂ ਜੀ ਦੇ ਕੌਤਕ ਸੁਣ ਕਰਕੇ ਵੱਡੇ ਭਾਗਾਂ ਵਾਲੇ ਪ੍ਰਾਪਤ ਕਰ ਸਕਦੇ ਹਨ। ਅਦਭੁਤ ਲੀਲਾ ਕਰਤ ਗੁਸਾਈ। ਦੀਨ ਦੁਨੀਆ ਦੇ ਮਾਲਕ ਬੜੀ ਅਚਰਜ ਲੀਲਾ ਰੋਜ਼ਾਨਾ ਹੀ ਕਰਦੇ ਰਹਿੰਦੇ ਸਨ। ਦੇਖ ਦੇਖ ਜਗ ਰਹਿ ਬਿਸਮਾਈ। ਸਤਿਗੁਰੂ ਜੀ ਦੇ ਕਰਕੇ ਕੌਤਕਾਂ ਨੂੰ ਜਿਹੜੇ ਨੇ ਉਹ ਦੁਨਿਆਵੀ ਲੋਕ ਰਾਜੇ ਮਹਾਰਾਜੇ ਉਹ ਮਨ ਦੇ ਵਿੱਚ ਬੜੇ ਹੈਰਾਨ ਹੋ ਜਾਂਦੇ ਸਨ। ਸਕਲ ਕਲਾ ਸਮਰੱਥ ਬਲ ਭਾਰੀ। ਸਤਿਗੁਰੂ ਜੀ ਨੇ ਬੇਅੰਤ ਕਰਾਮਾਤਾਂ ਸ਼ਕਤੀਆਂ ਦੇ ਮਾਲਕ, ਪਰ ਫਿਰ ਵੀ ਉਹ ਜਿਹੜੀ ਤਾਕਤ ਔਰ ਸ਼ਕਤੀ ਆਪਣੇ ਮਨ ਦੇ ਅੰਦਰ ਹੀ ਛੁਪਾ ਕਰਕੇ ਰੱਖੀ ਹੋਈ ਹੈ। ਵਰਤ ਹੈ ਮਾਨੁਖ ਤਨ ਅਨੁਸਾਰੀ। ਜਿਹਾ ਜਿਹਾ
ਮਨੁੱਖਾ ਜਾਮਾ ਧਾਰਨ ਕੀਤਾ ਹੈ, ਉਸੇ ਤਰ੍ਹਾਂ ਹੀ ਸਤਿਗੁਰੂ ਜੀ ਆ ਮਹਾਤਲਵ ਦੀ ਧਰਤੀ ਦੇ ਉੱਪਰ ਰਹਿੰਦਿਆਂ ਹੋਇਆ ਬੜੇ ਹੋ ਜੇ ਕੌਤਕ ਵਰਤਾ ਰਹੇ ਹਨ। ਓਤ ਭਵਿਖਿਅਤ ਅੰਤਰ ਜਾਮੀ। ਸਤਿਗੁਰੂ ਜੀ ਤਾਂ ਤਿੰਨੇ ਕਾਲਾਂ ਦੀ ਹਰੇਕ ਵਰਤ ਨੂੰ ਆਪਣੇ ਆਪ ਹੀ ਖੁਦ ਜਾਣਨ ਵਾਲੇ ਹਨ। ਪੁਰਬਹਿ ਸਕਲ ਕਾਮਨਾ ਸੁਆਮੀ। ਹਰੇਕ ਗੁਰ ਸਿੱਖ ਦੀ ਕਾਮਨਾ ਸਤਿਗੁਰੂ ਜੀ ਆਪਣੇ ਆਪ ਹੀ ਪੂਰੀ ਕਰ ਦਿੰਦੇ ਨੇ। ਜੋ ਵੀ ਕਿਸੇ ਨੇ ਮਨ ਦੇ ਅੰਦਰ ਇੱਛਾ ਧਾਰਨ ਕੀਤੀ ਹੈ, ਧਰਮ ਹੈ, ਅਰਥ ਹੈ, ਕਾਮ, ਮੋਕਸ਼ ਹੈ, ਜੋ ਵੀ ਪ੍ਰੇਮੀ ਇਹਨਾਂ 'ਚੋਂ ਪਦਾਰਥ ਪ੍ਰਾਪਤ ਕਰਨਾ ਚਾਹੁੰਦੇ ਹਨ। ਬੈਠ ਸਭਾ ਮਹਿ ਦਰਸ਼ਨ ਦੀਤ। ਰੋਜ਼ਾਨਾ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਿਆ ਕਰਦੇ ਸਨ। ਸਿੱਖ ਸੰਗਤ ਚਿਤ ਬਾਂਛਤ ਲੀਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਏ ਹੋਏ ਜਿਹੜੇ ਗੁਰਮੁਖ ਉਹ ਫਿਰ ਮਹਾਰਾਜ ਦੇ ਕੋਲੋਂ ਮਨ ਵਾਂਛਤ ਫਲ ਵੀ ਪ੍ਰਾਪਤ ਕਰ ਲੈਂਦੇ ਹਨ। ਗੁਣੀ ਕਵੀਸ਼ਰ ਪੰਡਿਤ ਕਨੀ। ਬਹੁਤ ਸਾਰੇ ਗੁਣੀ ਕਵੀਸ਼ਰ ਵੱਡੇ ਵੱਡੇ ਵਿਦਵਾਨ ਇਹ ਵੀ ਦੇਸ਼ਾਂ ਵਿਦੇਸ਼ਾਂ 'ਚੋਂ ਬੜੇ ਚੱਲ ਕਰਕੇ ਆਇਆ ਕਰਦੇ ਸੀ। ਵਰਨਹਿ ਗੁਰ ਗਾਥਾ ਅਨ ਸੁਨੇ। ਉਹ ਫਿਰ ਜਦੋਂ ਵੀ ਉਹਨਾਂ ਨੇ ਸਤਿਗੁਰੂ ਜੀ ਦੀ ਇਹੋ ਜਿਹੀ ਗਾਥਾ ਦਰਬਾਰ ਦੇ ਵਿੱਚ ਬੈਠ ਕਰਕੇ ਸੁਣਿਆ ਕਰਦੇ ਸਨ। ਕੀਰਤ ਕੀ ਕਲ ਕਰਹਿ ਕਬਿਤ। ਜਿਹੜੇ ਨੇ ਕਵੀ ਲੇਖਾਰੀ ਉਹ ਫਿਰ ਸਤਿਗੁਰੂ ਜੀ ਦੀ ਜਿਹੜੀ ਵਡਿਆਈ ਸੋਭਾ ਹੈ ਉਹਦਾ ਕੋਈ ਕਵਿਤ ਕੋਈ ਸਵਈਏ ਬਣਾ ਬਣਾ ਕਰਕੇ ਸੰਗਤਾਂ ਦੇ ਵਿੱਚ ਸੁਣਾਇਆ ਕਰਦਾ ਸੀ। ਆਨ ਸੁਨਾਏ ਬਚਿੱਤਰ ਭਵਿਤ। ਇਹੋ ਜਿਹੇ ਬੜੇ ਹੀ ਹੈਰਾਨ ਕਰਨ ਵਾਲੇ ਕਵਿਤ ਸਵਈਏ ਜਿਹੜੇ ਵੀ ਉਹਨਾਂ ਨੇ ਆਪਣੀ ਬੁੱਧੀ ਦੇ ਮੁਤਾਬਕ ਬਣਾਏ ਹੋਏ ਸੀ, ਫਿਰ ਉਹਨਾਂ ਨੇ ਸੰਗਤਾਂ ਦੇ ਵਿੱਚ ਜਦੋਂ ਆ ਕਰਕੇ ਸੁਣਾਉਣੇ, ਇਹ ਦੇਖ ਕਰਕੇ ਗੁਰਸਿੱਖਾਂ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਪੈਦਾ ਹੋ ਜਾਂਦੀ ਸੀ। ਬਖਸ਼ਹਿ ਕੰਚਨ ਜੀਨ ਤੁਰੰਗ। ਸਤਿਗੁਰੂ ਜੀ ਉਹਨਾਂ ਲਿਖਾਰੀਆਂ ਕਵੀਆਂ ਦੇ ਕਵਿਤ ਸਵਈਏ ਸੁਣ ਸੁਣ ਕੇ ਫਿਰ ਘੋੜਿਆਂ 'ਤੇ ਨਾ ਸੋਨੇ ਦੀਆਂ ਕਾਠੀਆਂ ਪਾ ਕਰਕੇ ਵੀ ਉਹਨਾਂ ਨੂੰ ਬਖਸ਼ਾ ਦਿੰਦੇ ਸਨ। ਜੀਵਰ ਜਰੇ ਜਵਾਹਰ ਸੰਗ। ਬਹੁਤਿਆਂ ਨੂੰ ਇਹੋ ਜਿਹੇ ਸੋਨੇ ਚਾਂਦੀ ਦੇ ਗਹਿਣੇ ਵੀ ਜਿਨ੍ਹਾਂ ਦੇ ਵਿੱਚ ਬੇਕੀਮਤ ਹੀਰੇ ਵੀ ਜਵਾਹਰ ਔਰ ਮੋਤੀ ਵਗੈਰਾ ਨਿੱਕੇ ਨਿੱਕੇ ਕਰਕੇ ਜੜੇ ਹੁੰਦੇ ਸਨ। ਦਰਬ ਬਰਿੰਦ ਮੁਕਤਾ ਬਰ ਹੀਰੰ। ਕਈਆਂ ਨੂੰ ਮਹਾਰਾਜ ਬੜੀ ਖੋਲੀ ਮਾਇਆ ਹੀਰੇ ਜਵਾਹਰ ਆਦਿਕ ਵੀ ਵੰਡ ਦਿੰਦੇ ਸਨ। ਪਛਮ ਰੇਸ਼ਮੀ ਸੂਖਮ ਚੀਰੰ। ਜੋ ਸੰਗਤਾਂ ਦੇ ਵੱਲੋਂ ਮਹਾਰਾਜ ਦੀ ਸੇਵਾ ਦੇ ਵਿੱਚ ਪਸ਼ਮੀਨੇ ਦੇ ਜਾਂ ਫਿਰ ਰੇਸ਼ਮ ਦੇ ਮਹਿੰਗੇ ਮਹਿੰਗੇ ਵਸਤਰਾਂ ਦੇ ਥਾਨਾਂ ਦੇ ਥਾਨ ਕਈ ਜੋ ਗੁਰ ਸਿੱਖ ਆਪਣੇ ਵੱਲੋਂ ਲਿਆਇਆ ਕਰਦੇ ਸੀ। ਗੁਨੀ ਏਕਾਕੀ ਘਰਤੀ ਆਵੇ। ਉਹਨਾਂ ਨੂੰ ਫਿਰ ਮਹਾਰਾਜ ਨੇ ਖੁਸ਼ ਹੋ ਕਰਕੇ ਕਿਸੇ ਨੂੰ ਪਸ਼ਮੀਨੇ ਦੇ, ਕਿਸੇ ਨੂੰ ਰੇਸ਼ਮ ਦੇ ਵਸਤਰ ਬਖਸ਼ ਦੇਣੇ, ਜਿਹੜੇ ਹੁਣ ਆਪਣੇ ਘਰੋਂ ਤਾਂ ਪਹਿਲਾਂ ਇਕੱਲੇ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਚੱਲ ਕਰਕੇ ਆਇਆ ਕਰਦੇ ਸਨ। ਸੈਨ ਸੇਵਕਨ ਸਹਿਤ ਸਿਧਾਵੇ। ਪਰ ਜਦੋਂ ਉਹਨਾਂ ਨੇ ਇਹੋ ਜਿਹੇ ਕਵਿਤ ਸਵਈਏ ਰਚ ਕਰਕੇ ਸੁਣਾਉਣੇ, ਜੇ ਸਤਿਗੁਰੂ ਜੀ ਦੀ ਹੋ ਗਈ ਖੁਸ਼ੀ, ਉਹ ਫਿਰ ਵਾਪਸ ਜਾਂਦੇ ਆ ਬਹੁਤ ਸਾਰੀ ਸੈਨਾ ਦੇ ਸਮੇਤ ਜਾਇਆ ਕਰਦੇ ਸਨ। ਸਿੰਧ ਮੇਖਲਾ ਅਵਨੀ ਸਾਰੀ। ਜੋ ਵੀ ਸਮੁੰਦਰ ਦੇ ਅੰਦਰਲੇ ਪਾਸੇ ਜਿਤਨੀ ਵੀ ਧਰਤੀ ਬਣੀ ਹੋਈ ਹੈ, ਕੀਰਤ ਪਸਰੀ ਸਸ ਉਜਿਆਰੀ। ਕੌਣ ਇਹੋ ਜੀ ਕੀਰਤੀ, ਇਹੋ ਜੀ ਵਡਿਆਈ ਸੂਰਜ ਚੰਦਰਮਾ ਦੇ ਸਮਾਨ ਸਮੁੰਦਰ ਦੇ ਕਿਨਾਰਿਆਂ ਤੱਕ ਵੀ ਮਹਾਰਾਜ ਦੀ ਇਹ ਤਾਂ ਪਹਿਲਾਂ ਤੋਂ ਹੀ ਫੈਲੀ ਹੋਈ ਹੈ। ਅਤ ਉਦਾਰਤਾ ਬਰਨਹਿ ਜਹ ਕਹੈ। ਥਾਂ ਥਾਂ ਤੇ ਰਾਜੇ ਮਹਾਰਾਜੇ ਵੀ ਸੁਣ ਕੇ ਹੈਰਾਨ ਹੋ ਜਾਂਦੇ ਵੀ ਇਤਨਾ ਦਾਨ ਪੁੰਨ
ਇਤਨੇ ਜਿਹੜੇ ਹੀਰੇ ਮੋਤੀ ਸੋਨਾ ਚਾਂਦੀ ਗਹਿਣੇ ਆ ਰੇਸ਼ਮ ਦੇ ਬਾਸਤਰ ਪਸ਼ਮੀਨੇ ਦੇ ਥਾਨਾਂ ਦੇ ਥਾਨ ਇਹ ਤਾਂ ਹੁਣ ਸਾਡੇ ਕੋਲੋਂ ਵੀ ਵੰਡੇ ਨਹੀਂ ਨਾ ਜਾਂਦੇ। ਪਤਾ ਨਹੀਂ ਸਤਿਗੁਰੂ ਜੀ ਦੇ ਪਾਸ ਕਿਹੋ ਜਿਹਾ ਟੁੱਟ ਖਜ਼ਾਨਾ ਤੇ ਜਿਹੜੇ ਵਿਚਾਰੇ ਇਕੱਲੇ ਹੀ ਕਵੀ ਲਖਾਰੀ ਆਉਂਦੇ, ਪਰ ਜਦੋਂ ਉਹਨਾਂ ਨੇ ਘਰਾਂ ਨੂੰ ਮੁੜਨਾ ਫਿਰ ਉਹ ਘੋੜਿਆਂ ਦੇ ਉੱਪਰ ਹਾਥੀਆਂ 'ਤੇ ਚੜ੍ਹ ਕਰਕੇ ਕਾਫੀ ਫੌਜ ਦੇ ਸਮੇਤ ਵਾਪਸ ਮੁੜਿਆ ਕਰਦੇ ਸੀ। ਮਹਿਦ ਬੀਰਤਾ ਸਮਨਹਿ ਮਹਿ ਮਹਿ। ਵੀ ਧਰਤੀ ਤੇ ਇਹੋ ਜਿਹਾ ਕੋਈ ਯੋਧਾ ਸੂਰਮਾ ਵੀ ਇਸ ਵਕਤ ਸਾਹਮਣੇ ਦੇਖਣ ਨੂੰ ਨਹੀਂ ਮਿਲਦਾ ਵੀ ਜਿਤਨੀ ਬਹਾਦਰੀ ਹੈ ਸਤਿਗੁਰੂ ਜੀ ਦੇ ਅੰਦਰ ਭਰੀ ਹੋਈ ਹੈ। ਦੋਹਰਾ ਇੱਕ ਦਿਨ ਕਲਗੀ ਧਰ ਨਿਕਟ ਸਿੱਖ ਸਿੱਖਣੀ ਬ੍ਰਿੰਦ। ਇੱਕ ਦਿਨ ਦਾ ਜੇਕਰ ਜਦੋਂ ਮਹਾਰਾਜ ਦੇ ਚਰਨਾਂ 'ਚ ਬੜਾ ਹੀ ਮਾਈ ਔਰ ਭਾਈ ਬੈਠ ਕਰਕੇ ਬੜਾ ਆਨੰਦ ਪ੍ਰਾਪਤ ਕਰ ਰਹੇ ਸਨ। ਸ਼੍ਰੀ ਜੀਤੋ ਤਨ ਤਜਨ ਕੋ ਕਰਤ ਪ੍ਰਸ਼ੰਸ ਬਿਲੰਦ। ਜਿਵੇਂ ਮਾਤਾ ਜੀਤ ਕੌਰ ਜੀ ਨੇ ਆਪਣਾ ਸਰੀਰ ਤਿਆਗਿਆ, ਇਹ ਜਿਹੜੀ ਖਬਰ ਸੰਗਤਾਂ 'ਚ ਦੂਰ ਦੂਰ ਤੱਕ ਫੈਲ ਚੁੱਕੀ ਸੀ। ਚੌਪਈ ਗੁਰ ਪਤਨੀ ਜਗ ਮਾਤਾ ਦੇਵੀ। ਹੁਣ ਮਾਤਾ ਅਜੀਤ ਕੌਰ ਉਹਨਾਂ ਦੀ ਵੀ ਪ੍ਰੇਮੀ ਬੜੀ ਵਡਿਆਈ ਕਰ ਰਹੇ ਹਨ। ਬ੍ਰਹਮ ਰੰਦਰ ਤਜ ਦੇਹ ਅਪੇਵੀ। ਸੋ ਦੇ ਨੇ ਗੌਰ ਸਿੱਖ ਵੀ ਦੇਖੋ ਮਾਤਾ ਜੀ ਨੇ ਸਾਰਿਆਂ ਦੇ ਦੇ ਦਿਆ ਕਿਵੇਂ ਜਿਹੜਾ ਹੈ ਦਸਮ ਦੁਆਰ ਉਹਦੇ ਰਾਹੀਂ ਸਵਾਸ ਕੱਢ ਕੇ ਆਪਣਾ ਸਰੀਰ ਤਿਆਗ ਦਿੱਤਾ ਹੈ। ਸਭ ਤੇ ਸੁਣ ਕੇ ਬਚਨ ਕਿਰਪਾਲਾ। ਹੁਣ ਜਦੋਂ ਇਹੋ ਜਿਹੇ ਅਫਸੋਸ ਵਾਲੇ ਬਚਨ ਸਤਿਗੁਰੂ ਜੀ ਨੇ ਬਹੁਤ ਸਾਰੇ ਗੁਰਸਿੱਖਾਂ ਦੇ ਪਾਸੋਂ ਸੁਣ ਲਏ ਸਨ ਵੀ ਇਹਨਾਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਸ਼ੌਕ ਜਿਹਾ ਪੈਦਾ ਹੋ ਗਿਆ। ਸ਼੍ਰੀ ਮੁਖ ਤੇ ਬੋਲੇ ਤਿਸ ਕਾਲਾ। ਉਸ ਸਮੇਂ ਲੋਕ ਪਰਲੋਕ ਦੇ ਦਾਤੇ ਸਤਿਗੁਰੂ ਜੀ ਆਪਣੇ ਵੱਲੋਂ ਕਹਿਣ ਲੱਗੇ ਸੀ, ਦੋਹਰਾ ਧਨ ਨਾਰੀ ਧਨ ਭਜਨ ਹੈ। ਵੀ ਆ ਜੀ ਅਵਲਾ ਦੁਨੀਆ ਦੇ ਵਿੱਚ ਧਨਤਾ ਦੇ ਯੋਗ ਹੈ। ਧਨ ਕਲਯੁਗ ਜਗ ਈਸ। ਦੂਜਾ ਨੰਬਰ ਤੇ ਜਿਹੜਾ ਹੈ ਕਲਯੁਗ ਦਾ ਟਾਈਮ, ਇਹ ਵੀ ਬੜੀ ਧਨਤਾ ਦੇ ਯੋਗ ਹੈ। ਮਹਾਂ ਬਿਕਾਰੀ ਜਗ ਤਰੀ। ਵੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਥੋੜਾ ਜਿਹਾ ਭਜਨ ਪਾਠ ਕਰਨ ਦੇ ਨਾਲ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸੁਰ ਥਾਰੋ। ਅਠਲ ਪਿਓ ਤਰੋ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਵੀ ਦੇ ਲੋ ਕਿਤਨੇ ਵੱਡੇ ਵੱਡੇ ਪਾਪੀ ਗੁਨਾਹੀ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ। ਕਲਯੁਗ ਦੇ ਭਿਆਨਕ ਸਮੇਂ 'ਚ ਜਿਨ੍ਹਾਂ ਨੇ ਥੋੜ੍ਹੀ ਜਿਹੀ ਕਮਾਈ ਕੀਤੀ, ਪਰ ਕਿਤਨੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਗਿਆ ਹੈ। ਭਜਨ ਤਰਾਏ ਕੀਸ। ਭਜਨ ਤਰਾਏ ਕੀਸ। ਇਹੋ ਜਿਹੇ ਸ਼ੁਭ ਗੁਣਾ ਤੋਂ ਹੀ ਨੇ ਉਹ ਵੀ ਸੁਤੇ ਸਿੱਧ ਸਦ ਸੰਸਾਰ ਸਾਗਰ ਤੋਂ ਤਰ ਗਏ ਹਨ। ਨਾਰੀ ਦਇਆ ਅਨੰਤ ਹੈ। ਵੀ ਜਿਸ ਅਬਲਾ ਦੇ ਮਨ ਦੇ ਅੰਦਰ ਬੜਾ ਰਹਿਮ ਤੇ ਬੜੀ ਦਇਆ ਭਰੀ ਹੋਈ ਹੈ। ਜਾਂ ਜਗ ਭੀਤਰ ਭਾਖ। ਸਤਿਗੁਰੂ ਜੀ ਕਹਿਣ ਲੱਗੇ ਵੀ ਉਹ ਜਿਹੜੇ ਪ੍ਰਾਣੀ ਕੋਈ ਵੀ ਹੈ ਨਰ ਮਨੁੱਖਾਂ ਨੂੰ ਏਕ ਨਿਧਾਨਾ। ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਤਾਂ ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਹਰੇਕ ਨੂੰ ਹੀ ਸਤਿਗੁਰੂ ਜੀ ਨੇ ਸੇਵਾ ਔਰ ਭਗਤੀ ਕਰਨ ਦਾ ਅਧਿਕਾਰ ਬਖਸ਼ਿਆ ਹੋਇਆ। ਜੋ ਵੀ ਜਿਤਨੀ ਕਮਾਈ ਕਰ ਲਓ ਤੇ ਉਤਨੇ ਵੱਡੇ ਵੱਡੇ ਉਹਨਾਂ ਨੂੰ ਫਿਰ ਮਰਾਤਬੇ ਵੀ ਹਾਸਲ ਹੋ ਜਾਣੇ ਹਨ। ਇੱਥੇ ਕੋਈ ਇਸਤਰੀ ਜਾਂ ਪੁਰਖ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਸਤਿਗੁਰੂ ਜੀ ਨੇ ਜੋ ਰਹਿਤ ਮਰਜ਼ਾਦਾ ਉਹ ਵੀ ਸਾਰਿਆਂ ਦੇ ਲਈ ਸਾਂਝੀ ਉਚਾਰਨ ਕੀਤੀ ਹੋਈ ਹੈ।
ਖਟ ਸ਼ਾਸਤਰ ਪੜ ਕਿਆ ਕਰੈ। ਵੀ ਜਿਹੜੇ ਛੇ ਸ਼ਾਸਤਰ ਪੜ ਕਰਕੇ ਉਹਨਾਂ ਨੇ ਲੈਣਾ ਕੀ ਹੈ? ਨਾਮ ਜਪਤ ਮਨ ਰਾਖ। ਜਿਹੜੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈਂਦੇ ਹਨ। ਇਸ ਪਰ ਇੱਕ ਇਤਿਹਾਸ ਹੈ। ਉਹ ਸਮੇਂ ਮਹਾਰਾਜ ਨੇ ਇੱਕ ਇਤਿਹਾਸ, ਇੱਕ ਜਿਹੜੀ ਉਦਾਹਰਨ ਪ੍ਰੇਮੀਆਂ ਦੇ ਸਾਹਮਣੇ ਰੱਖੀ ਸੀ। ਦਇਆ ਤ੍ਰਿਆ ਜਿਮ ਕੀਨ। ਵੀ ਜਿਵੇਂ ਦਇਆ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਮਹਾਤਮ ਬੜਾ ਫਲ ਪ੍ਰਾਪਤ ਹੋਇਆ ਸੀ। ਸੰਗਤ ਸੁਣੀਐ ਬਾਰਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੋ ਜਾਏ ਅਮੋਲਕ ਵਚਨ ਆਪਣੇ ਪਿਆਰੇ ਗੁਰਸਿੱਖਾਂ ਨੂੰ ਉਹ ਸਮੇਂ ਸੁਣਾਉਣ ਲੱਗੇ ਸੀ। ਜਿਮ ਫਲ ਪ੍ਰਾਪਤ ਪੀਨ। ਵੀ ਜਿਵੇਂ ਉਹਨਾਂ ਨੇ ਕਾਲਣਾ ਕਾਲ ਕਰਕੇ ਬਹੁਤ ਵੱਡਾ ਫਲ ਵੀ ਪ੍ਰਾਪਤ ਕੀਤਾ ਸੀ। ਚੌਪਈ ਏਕ ਪਾਰ ਦੀ ਬਨ ਮਹਿ ਗਇਓ। ਇੱਕ ਇਹੋ ਜਿਹਾ ਸ਼ਿਕਾਰੀ ਜਦੋਂ ਲੈ ਕਰਕੇ ਆਪਣੇ ਜਾਲ ਬੜੇ ਘੋਰ ਬਿਆਵਾਨ ਜੰਗਲਾਂ ਦੇ ਵਿੱਚ ਚਲਿਆ ਗਿਆ ਸੀ। ਖੱਗ ਮ੍ਰਿਗ ਕੋ ਸੰਘਾਰਿਤ ਭਇਓ। ਆਪਣੀ ਆਦਤ ਦੇ ਮੁਤਾਬਕ ਇਹਨੇ ਰੋਈਆਂ ਬਿਆਵਾਨਾਂ 'ਚ ਬਹੁਤ ਸਾਰੇ ਅਜਮੇ ਹਿਰਨ ਨੇ, 12 ਸਿੰਘੇ ਨੇ ਔਰ ਪੰਛੀਆਂ ਨੂੰ ਵੀ ਆਪਣੇ ਜਾਲ ਦੇ ਵਿੱਚ ਫਸਾ ਲਿਆ ਸੀ। ਚਿੜੀਆ ਹਤੀ ਫਸਾਵਤ ਜਾਰੀ। ਆਪਣੀਆਂ ਜਾਲੀਆਂ ਦੇ ਵਿੱਚ ਚਿੜੀਆਂ ਵੀ, ਕਬੂਤਰ ਵੀ, ਬੜੇ ਜਾਨਵਰ ਨੇ ਜੰਗਲਾਂ 'ਚੋਂ ਫਸਾ ਲਏ ਸਨ। ਅਪਰ ਬਿਹੰਗਮ ਕੇਤਕ ਮਾਰੀ। ਬਹੁਤ ਸਾਰਿਆਂ ਨੂੰ ਇਹਨੇ ਪਹਿਲਾਂ ਹੀ ਜਾਨੋਂ ਮਾਰ ਦਿੱਤਾ ਹੈ। ਪੰਛੀ ਮਿਲ ਇਤ ਉਤ ਸਮੁਦਾਇਆ। ਹੁਣ ਜਦੋਂ ਇਹ ਜੰਗਲ 'ਚ ਗਿਆ ਤੇ ਬਹੁਤ ਸਾਰੇ ਜਾਨਵਰ ਆਪਣੇ ਪ੍ਰਾਣਾਂ ਨੂੰ ਬਚਾਉਣ ਦੇ ਲਈ ਬੜਾ ਚਲਾਉਣ ਲੱਗ ਪਏ ਹਨ। ਨਾਦਤ ਬਹੁਤ ਬਿਰਲਾਪ ਸੁਨਾਇਆ। ਹੁਣ ਜਿਹੜੇ ਜਿਹੜੇ ਜਾਲ ਦੇ ਵਿੱਚ ਫਸੇ ਉਹਨਾਂ ਵਿਚਾਰਿਆਂ ਨੇ ਤਾਂ ਤੜਫਣਾ ਹੀ ਹੈ। ਬਨ ਮੈਂ ਵਿਆਕੁਲ ਪਿਖੇ ਬਿਹੰਗ। ਜਦੋਂ ਇਹਨੇ ਰੋਈਆਂ ਬਿਆਵਾਨਾਂ ਦੇ ਵਿੱਚ ਸ਼ਿਕਾਰੀ ਨੇ ਦੇਖ ਲਿਆ ਵੀ ਜਿਹੜੇ ਵੀ ਮੈਂ ਪੰਛੀ ਜਾਨਵਰ ਆਪਣੇ ਜਾਲਾਂ ਦੇ ਵਿੱਚ ਫਸਾਏ, ਦੇਖੋ ਕਿਵੇਂ ਵਿਚਾਰੇ ਤੜਫ ਰਹੇ ਨੇ, ਕਿਵੇਂ ਇਹਨਾਂ ਨੇ ਬੜਾ ਚੀਂਗ ਚਿੰਗਾੜਾ ਆਪਣੇ ਵੱਲੋਂ ਪਾਇਆ ਹੋਇਆ ਹੈ। ਬਦਕ ਸੋਚਤ ਰਿਧੇ ਬਿਲੰਦ। ਉਹ ਸਮੇਂ ਕੋਈ ਇਹੋ ਜਿਹਾ ਇਹਦਾ ਕਰਮ ਚੰਗਾ ਜਾਗਿਆ, ਸ਼ਿਕਾਰੀ ਦੇ ਹਿਰਦੇ ਦੇ ਵਿੱਚ ਇਹ ਵਿਚਾਰਾਂ ਪੈਦਾ ਹੋਣ ਲੱਗ ਪਈਆਂ ਸਨ। ਮਨ ਸੋ ਕਹਿ ਦਇਆ ਉਰ ਧਰੈ। ਇਹ ਜਿਹੜਾ ਬੇਰਹਿਮ ਸ਼ਿਕਾਰੀ ਆਪਣੇ ਮਨ ਦੇ ਨਾਲ ਹੀ ਅੰਦਰ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਕਰਨ ਲੱਗ ਪਿਆ ਸੀ। ਬਨ ਮਹਿ ਤਪਸੀ ਤਪ ਕੋ ਕਰੈ। ਵੀ ਦੇਖੋ ਇਹਨਾਂ ਜੰਗਲਾਂ ਬਿਆਵਾਨਾਂ 'ਚ ਜਿਹੜੇ ਸਾਧੂ ਫਕੀਰ ਆ ਕਰਕੇ ਨਾ ਕਿਹੋ ਜੀ ਬੜੀ ਕਠਨ ਤਪੱਸਿਆ ਕਰਦੇ ਹਨ। ਮਹਿ ਪਾਲਕ ਭੀ ਰਾਜ ਤਜਤ ਹੈ। ਕਈ ਜਿਹੜੇ ਰਾਜੇ ਮਹਾਰਾਜੇ ਜਦੋਂ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਬੈਰਾਗ ਪੈਦਾ ਹੋ ਗਿਆ, ਭਰਤਰੀ ਵਰਗੇ, ਉਹ ਵੀ ਫਿਰ ਆ ਕਰਕੇ ਰੋਈਆਂ ਬਿਆਵਾਨਾਂ ਦੇ ਵਿੱਚ ਵੀ ਬੜੀ ਹੈ ਸਾਧਨਾ ਕਰਿਆ ਕਰਦੇ ਹਨ। ਬਨ ਮਹਿ ਤਪ ਕਰ ਈਸ ਭਜਤ ਹੈ। ਇਹਨਾਂ ਜੰਗਲਾਂ ਬਿਆਵਾਨਾਂ 'ਚ ਬੈਠ ਕਰਕੇ ਨਾ ਫਿਰ ਉਹ ਆਪਣੇ ਮਾਲਕ ਪਰਮਾਤਮਾ ਨੂੰ ਮਨ ਦੇ ਵਿੱਚ ਯਾਦ ਕਰਦੇ ਹਨ। ਹਮ ਨਰ ਤਨ ਹੋਈ ਅਸ ਪਾਪੀ। ਇਹ ਸ਼ਿਕਾਰੀ ਸੋਚਣ ਲੱਗ ਪਿਆ ਵੀ ਮੈਂ ਉਹਨਾਂ ਬਿਆਵਾਨਾਂ ਰੋਈਆਂ ਦੇ ਵਿੱਚ ਆ ਕੇ ਅਦੇ ਰੋ ਕਿਤਨੇ ਵੱਡੇ ਵੱਡੇ ਪਾਪ ਰੋਜ਼ਾਨਾ ਹੀ ਕਰਦਾ ਰਹਿਣਾ। ਕਿਵੇਂ ਵਿਚਾਰੇ ਆ ਜਿਹੜੇ ਜਾਨਵਰ ਪੰਛੀ ਜਾਲੀਆਂ ਦੇ ਵਿੱਚ ਫਸੇ ਹੋਏ ਬਿਲਕ ਰਹੇ ਹਨ। ਬਨ ਮਹਿ ਪੀ ਹਮ ਆਏ ਜਦਾ ਪੀ। ਜਦੋਂ ਵੀ ਮੈਂ ਜਦੋਂ ਕਦੇ ਇਹਨਾਂ ਬਿਆਵਾਨਾਂ ਰੋਈਆਂ ਦੇ ਵਿੱਚ ਚੱਲ ਕਰਕੇ ਆਉਂਦਾ, ਹਤੈ ਜੀਵ ਗਨ ਮਹਾ ਸੰਤਾਪੀ। ਫਿਰ ਆਉਣ ਸਾਰ ਮੈਂ ਤਾਂ ਚਾਹੇ ਕੋਈ ਹਿਰਨ ਆ ਗਿਆ, ਰੋਜ਼ ਆ ਗਿਆ,
ਬੜੇ ਜਾਨਵਰ ਪੰਛੀ ਪਤਾ ਨਹੀਂ ਕਿਤਨੇ ਇਹਨਾਂ ਜੰਗਲਾਂ ਦੇ ਵਿੱਚੋਂ ਆ ਕਰਕੇ ਮੈਂ ਮਾਰੇ ਹਨ। ਭਲੋ ਕਰਮ ਨਹਿ ਕੀਨ ਕਦਾਪੀ। ਕਦਾਪੀ ਕਦੇ ਮੈਂ ਇੱਥੇ ਆ ਕਰਕੇ ਕੋਈ ਚੰਗਾ ਕਰਮ ਤਾਂ ਨਹੀਂ ਕੀਤਾ, ਤੇ ਪਾਪ ਮੈਂ ਬੜੇ ਕਮਾਏ ਹਨ। ਜਿੱਥੇ ਸਾਧੂ ਫਕੀਰ ਮਹਾਤਮਾ ਉਹ ਰਾਜੇ ਮਹਾਰਾਜੇ ਆ ਕਰਕੇ ਉਸ ਭਗਵਾਨ ਨੂੰ ਆਪਣੇ ਦਿਲ ਦੇ ਅੰਦਰ ਯਾਦ ਕਰਦੇ ਰਹਿੰਦੇ ਹਨ। ਜਹਾਂ ਆਈ ਨਰ ਜਨਮ ਸੁਧਾਰੈ। ਵੀ ਜਿੱਥੇ ਆ ਕਰਕੇ ਉਹ ਤਾਂ ਆਪਣੇ ਜਨਮ ਨੂੰ ਸੁਧਾਰਦੇ ਨੇ, ਤੇ ਉਲਟਾ ਜਿਹੜੇ ਮੇਰੇ ਵਰਗੇ ਸ਼ਿਕਾਰੀ ਕਿਤਨੇ ਵੱਡੇ ਵੱਡੇ ਪਾਪ, ਕਿਤਨੇ ਵੱਡੇ ਵੱਡੇ ਦੋਸ਼ ਕਮਾਉਂਦੇ ਹਨ। ਤਹਾਂ ਪਹੁੰਚ ਹਮ ਜੀਵਨ ਮਾਰੈ। ਅਸੀਂ ਉੱਥੇ ਆ ਕਰਕੇ ਰੋਜ਼ ਦੀ ਰੋਜ਼ ਇਹਨਾਂ ਜਾਨਵਰਾਂ ਪੰਛੀਆਂ ਨੂੰ ਆ ਕਰਕੇ ਮਾਰਨ ਲੱਗ ਜਾਂਦੇ ਆ। ਤਿਕ ਹਮ ਜਨਮ ਕਰਮ ਤਿਕ ਬ੍ਰਿੰਦ। ਇਹ ਸੋਚਣ ਲੱਗ ਪਿਆ ਵੀ ਸਾਡੇ ਜਨਮ ਨੂੰ ਤਾਂ ਲੱਖ ਲਾਹਨਤ ਹੈ। ਆਪਣੇ ਆਪ ਨੂੰ ਇਹ ਅੰਦਰੋਂ ਅੰਦਰ ਹੀ ਬੜੀਆਂ ਫਟਕਾਰਾਂ ਪਾਉਣ ਲੱਗ ਪਿਆ ਸੀ। ਜਿਸ ਤੇ ਹਿੰਸਾ ਕਰਤ ਬਿਲੰਦ। ਵੀ ਦੇਖੋ ਮੈਂ ਕਿਤਨੀ ਜਿਹੜੀ ਜੀਵ ਹਿੰਸਾ ਹੁਣ ਤੱਕ ਇਹਨਾਂ ਬੀਆਬਾਨਾਂ ਜੰਗਲਾਂ ਦੇ ਵਿੱਚ ਆ ਕਰਕੇ ਕੀਤੀ ਹੈ। ਹਟਿਓ ਤਬੈ ਔਰ ਵਿਖੈ ਵਿਚਾਰੀ। ਜਦੋਂ ਇਹੋ ਜਿਹੀਆਂ ਸੋਚਾਂ ਇਹਦੇ ਕਠੋਰ ਹਿਰਦੇ ਦੇ ਵਿੱਚ ਪੈਦਾ ਹੋਈਆਂ, ਕਰ ਕਰਕੇ ਆਪਣੀਆਂ ਜਾਲੀਆਂ ਇਕੱਠੀਆਂ, ਇਹ ਵੀ ਰੋਈਆਂ ਬੀਆਬਾਨਾਂ ਚੋਂ ਵਾਪਸ ਮੁੜ ਆਇਆ ਸੀ। ਬਿਕਰਮਜੀਤ ਅਬੈ ਉਪਕਾਰੀ। ਉਸ ਸਮੇਂ ਦੇਖਿਆ ਵੀ ਇਹ ਸਮੇਂ ਮਹਾਰਾਜਾ ਬਿਕਰਮਾਜੀਤ ਜਿਹੜੇ ਬਹੁਤ ਹੀ ਧਰਮਾਤਮਾ ਤੇ ਤੇਜ ਪ੍ਰਤਾਪੀ ਮਹਾਰਾਜੇ ਹੋਏ ਹਨ, ਵੀ ਹੋ ਜਿਹਾ ਧਰਮਾਤਮਾ ਰਾਜਾ ਹੋਰ ਤਾਂ ਕੋਈ ਮੈਨੂੰ ਦਿਸਦਾ ਨਹੀਂ, ਜਿਨ੍ਹਾਂ ਨੇ ਧਰਮਾਤਮਾ ਰਾਜਿਆਂ ਵਾਲੇ ਸਾਰੇ ਗੁਣ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ ਹੋਏ ਸੀ। ਰਾਜੇ ਚੁਲੀ ਨਿਆਬ ਕੀ, ਕੋਈ ਵੀ ਆ ਗਿਆ, ਗਰੀਬ ਹੈ ਅਮੀਰ ਹੈ ਬਾਦਸ਼ਾਹ ਕੰਗਾਲ ਹੈ, ਤੇ ਜਿਹੜੇ ਹੁਣ ਆਪਣੀ ਪ੍ਰਜਾ ਦੇ ਦੁੱਖ ਸੁੱਖ ਵੀ ਆਪ ਸੁਣਿਆ ਕਰਦੇ ਸਨ। ਤਿਸ ਟਿਗ ਚੱਲ ਕਰ ਜਨਮ ਸੁਧਾਰੋ। ਸ਼ਿਕਾਰੀ ਨੇ ਵਿਚਾਰ ਕੀਤੀ ਵੀ ਮੈਂ ਮਹਾਰਾਜੇ ਬਿਕਰਮਾ ਜੀ ਦੇ ਪਾਸ ਜਾ ਕਰਕੇ ਆਪਣਾ ਜਨਮ ਸੁਧਾਰ ਲੈਣਾ ਹੈ। ਸਹੋਂ ਦੰਡ ਅਗ ਭਾਰ ਉਤਾਰੋ। ਜਿਤਨੇ ਵੀ ਹੁਣ ਤੱਕ ਮੈਥੋਂ ਰੋਈਆਂ ਬੀਆਬਾਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਪਾਪ ਹੋ ਚੁੱਕੇ ਹਨ, ਮੈਂ ਸਜ਼ਾ ਭੁਗਤ ਕਰਕੇ ਉਹਨਾਂ ਦੇ ਪਾਸੋਂ ਬਖਸ਼ਾ ਲੈਣਾ ਹੈ। ਯਮ ਵਿਚਾਰ ਤਿਸ ਪੁਰ ਕੋ ਚਾਲਾ। ਇਹ ਵਿਚਾਰ ਕਰਦਾ ਹੋਇਆ ਜਿਹੜਾ ਸ਼ਿਕਾਰੀ ਸਿੱਧਾ ਹੀ ਮਹਾਰਾਜੇ ਬਿਕਰਮਾਜੀਤ ਵੱਲ ਚੱਲ ਪਿਆ ਸੀ। ਆਗੇ ਆਬਤ ਹੋਤੋ ਪਵਾਲਾ। ਉਹ ਤਰ੍ਹਾਂ ਮਹਾਰਾਜਾ ਬਿਕਰਮਾਜੀਤ ਵੀ ਆਪਣੇ ਮੀਰਾ ਵਜ਼ੀਰਾਂ ਦੇ ਨਾਲ ਸਾਹਮਣੇ ਆ ਰਿਹਾ ਸੀ। ਛੜਿਓ ਤੁਰੰਗ ਸੰਗ ਜਿਹ ਸੈਨਾ। ਜਿਹਦੇ ਨਾਲ ਬਹੁਤ ਸਾਰੀ ਸੈਨਾ ਵੀ ਕਿਸੇ ਕਾਰਜ ਵਾਸਤੇ ਅੱਗੇ ਨੂੰ ਜਾ ਰਹੀ ਹੈ। ਸਿਪਾਹੀ ਜਵਾਨ ਆਪੋ ਆਪਣੇ ਘੋੜਿਆਂ ਤੇ ਸਵਾਰ ਸਨ। ਸਮੁਖ ਪਾਰ ਦੀ ਦੇਖਿਓ ਨੈਣਾ। ਜਦੋਂ ਮਹਾਰਾਜੇ ਬਿਕਰਮਾਜੀਤ ਨੇ ਸਾਹਮਣੇ ਇਸ ਅਪਰਾਧੀ ਸ਼ਿਕਾਰੀ ਨੂੰ ਦੇਖਿਆ ਸੀ, ਪਾਪੀ ਜਾਨ ਲੀਨ ਪਕੜਾਈ। ਇਸ ਨੂੰ ਪਾਪੀ ਗੁਨਾਹੀ ਜਾਣਦਿਆਂ ਹੋਇਆ ਮਹਾਰਾਜਾ ਬਿਕਰਮਾਜੀਤ ਨੇ ਇਸ ਨੂੰ ਪਕੜਾ ਲਿਆ ਸੀ। ਬੰਦ 5 ਦਿਨ ਦਈ ਸਜਾਈ। 5 ਦਿਨ ਜੇਲ੍ਹ ਦੇ ਅੰਦਰ ਕਰਕੇ ਬੰਦ, ਬੜੀ ਇਹਨੂੰ ਸਖਤ ਸਜ਼ਾ ਵੀ ਦੇ ਦਿੱਤੀ ਹੈ। ਇੱਕ ਦਾਸੀ ਨੇ ਮਾਰਤ ਦੇਖਾ। ਇੱਕ ਦਾਸੀ ਨੇ ਜਦੋਂ ਇਹਦੇ ਉੱਪਰ ਬਹੁਤ ਜ਼ਿਆਦਾ ਸਖਤ ਮਾਰ ਕੁਟਾਈ ਹੁੰਦੀ ਦੇਖੀ, ਆਪਣੇ ਸਾਹਮਣੇ ਇਹਨੇ ਦੇ ਲਿਆ ਵੀ ਤੈਨੂੰ ਤਾਂ ਬੜੀ ਸਜ਼ਾ ਮਹਾਰਾਜਾ ਬਿਕਰਮਾਜੀਤ ਦੇ ਜਿਹੜੇ ਨੌਕਰ ਦੇ ਰਹੇ ਹਨ, ਬੜੀ ਹੋ ਜੀ ਮਾਰ ਕੁਟਾਈ ਹੁੰਦੀ। ਇਹਨੇ ਵੀ ਆਪਣੀ ਅੱਖਾਂ ਦੇ ਨਾਲ
ਸਾਹਮਣੇ ਦੇਖ ਲਈ ਹੈ। ਮਨ ਮਹਿ ਉਪਜੀ ਦਇਆ ਬਿਸ਼ੇਖਾ, ਉਸ ਦਾਸੀ ਦੇ ਹਿਰਦੇ ਦੇ ਅੰਦਰ ਬੜਾ ਰਹਿਮ, ਬੜੀ ਦਇਆ ਪੈਦਾ ਹੋ ਗਈ ਵੀ ਦੇਖੋ ਵਿਚਾਰੇ ਨੂੰ ਕਿਹੋ ਜੀ ਮਹਾਰਾਜੇ ਦੇ ਨੌਕਰਾਂ ਦੇ ਵੱਲੋਂ ਘੋਰ ਸਜ਼ਾ ਦਿੱਤੀ ਜਾ ਰਹੀ ਹੈ। ਪੁਰਖ ਬੀਖ ਧਰ ਆਪ ਬੰਧਾਇਓ, ਉਸ ਸਮੇਂ ਦਾਸੀ ਨੇ ਆਪਣੇ ਸਰੀਰ ਦੇ ਉੱਪਰ ਜਿਹੜਾ ਹੈ ਮਰਦਾਂ ਵਾਲਾ ਲਿਬਾਸ ਪਾ ਲਿਆ ਤੇ ਫਿਰ ਇਹਦੇ ਥਾਂ ਤੇ ਉਹ ਆਪ ਹੀ ਕੈਦ ਹੋ ਗਈ ਸੀ। ਤਤ ਛਿਨ ਫੰਦਕ ਕੋ ਛੁਰਵਾਇਓ, ਜਿਹੜਾ ਹੈ ਸ਼ਿਕਾਰੀ ਹੈ ਤੇ ਉਹਨੂੰ ਕੈਦ ਦੇ ਵਿੱਚੋਂ ਬਾਹਰ ਕਢਵਾ ਦਿੱਤਾ ਸੀ। ਬੀਤ ਗਇਓ ਜਬ ਏਕ ਮਹੀਨਾ, ਜਦੋਂ ਇਹਨੂੰ ਵੀ ਜੇਲ੍ਹ ਦੇ ਅੰਦਰ ਰਹਿੰਦਿਆਂ ਹੋਇਆਂ 1 ਮਹੀਨਾ ਬਤੀਤ ਹੋ ਗਿਆ ਸੀ। ਜਾਦ ਨਰੇਸ਼ਵਰ ਨੇ ਔਰ ਕੀਨਾ, ਉਸ ਸਮੇਂ ਮਹਾਰਾਜੇ ਬਿਕਰਮਾਜੀਤ ਦੇ ਮਨ ਦੇ ਵਿੱਚ ਗੱਲ ਯਾਦ ਆਈ ਵੀ ਕਿਹੋ ਜਿਹਾ ਸ਼ਿਕਾਰੀ, ਇਹ ਕਿਹੋ ਜਿਹਾ ਅਪਰਾਧੀ ਮੈਂ ਆ ਜੇਲ੍ਹ ਦੇ ਅੰਦਰ ਬੰਦ ਕੀਤਾ ਹੋਇਆ ਹੈ। ਸ਼ਾਹੋ ਬਨਕ ਕੀ ਹੁਤੀ ਜੋ ਦਾਸੀ, ਹੁਣ ਜਿਹੜੀ ਸ਼ਾਹੂਕਾਰ ਦੀ ਇੱਕ ਦਾਸੀ, ਉਹਨੇ ਆਪਣੇ ਆਪ ਨੂੰ ਇਸ ਕੈਦ ਦੇ ਵਿੱਚ ਬੰਦ ਕਰਵਾਇਆ। ਉਹਦਾ ਵਿਚਾਰੇ ਦਾ ਛੁਟਕਾਰਾ ਇਹਨੇ ਕਰਵਾ ਦਿੱਤਾ ਸੀ। ਤਤ ਛਿਨ ਗਮਨੀ ਭੂਪਤ ਪਾਸੀ, ਉਸੇ ਬਾਤ ਸੁਣ ਕਰਕੇ ਹੁਕਮ ਹੈ ਵੀ ਮਹਾਰਾਜਾ ਬਿਕਰਮਾਜੀਤ ਦੇ ਸਾਹਮਣੇ ਹਾਜ਼ਰ ਹੋ ਗਈ ਹੈ। ਧਨ ਕੁਛ ਦੇ ਮੁਕਰਾਏ ਸਿਪਾਹੀ, ਇਹਨੇ ਪਹਿਲਾਂ ਹੀ ਕੁਝ ਕੁ ਧਨ ਦਾ ਲਾਲਚ ਦੇ ਕਰਕੇ ਸਿਪਾਹੀਆਂ ਨੌਕਰਾਂ ਨੂੰ ਮੁਕਰਾਤਾ ਵੀ ਤੁਸੀਂ ਜਾ ਕਰਕੇ ਮਹਾਰਾਜਾ ਬਿਕਰਮਾਜੀਤ ਦੇ ਪਾਸ ਸੱਚੀ ਗੱਲ ਨਹੀਂ ਕਰਨੀ। ਜਦੋਂ ਇਹਨੇ ਪਹਿਲਾਂ ਹੀ ਇਹੋ ਜਿਹਾ ਲਾਲਚ ਉਹਨਾਂ ਸਿਪਾਹੀਆਂ ਨੌਕਰਾਂ ਨੂੰ ਦੇ ਦਿੱਤਾ ਸੀ। ਠਾਡੀ ਭਈ ਜਾਏ ਨਿਰਪ ਪਾਹੀ, ਜਦੋਂ ਹੁਣ ਇਹ ਮਹਾਰਾਜਾ ਬਿਕਰਮਾਜੀਤ ਦੇ ਦਰਬਾਰ ਦੇ ਵਿੱਚ ਜਾ ਕਰਕੇ ਹਾਜ਼ਰ ਹੋ ਗਈ ਹੈ। ਦੇਖ ਚਿੰਨ ਰਾਜਾ ਪਰਮਾਇਓ, ਹੁਣ ਜਦੋਂ ਮਹਾਰਾਜਾ ਬਿਕਰਮਾਜੀਤ ਨੇ ਦੇਖਿਆ ਵੀ ਇਹਦੇ ਸਰੀਰ ਦੇ ਉੱਪਰ ਤਾਂ ਮੈਨੂੰ ਅਵਲਾ ਵਾਲੀਆਂ ਜਿਹੜੀਆਂ ਨਿਸ਼ਾਨੀਆਂ ਸਾਹਮਣੇ ਦਿਸ ਰਹੀਆਂ ਹਨ, ਮਨ ਦੇ ਵਿੱਚ ਇਹਦੇ ਬੜਾ ਇਹੋ ਜਿਹਾ ਭਰਮ ਭੁਲੇਖਾ ਪੈਦਾ ਹੋ ਗਿਆ ਵੀ ਇਹ ਕੀ ਗੱਲ ਹੋ ਗਈ। ਮੈਂ ਤਾਂ ਇੱਕ ਸ਼ਿਕਾਰੀ ਨੂੰ, ਇੱਕ ਅਪਰਾਧੀ ਨੂੰ ਕੈਦ ਦੇ ਵਿੱਚ ਬੰਦ ਕੀਤਾ ਵੀ ਇਹਦਾ ਹੁਣ ਸਰੀਰ ਜਿਹੜਾ ਇਸਤਰੀਆਂ ਵਾਲਾ ਕਿਵੇਂ ਬਣ ਚੁੱਕਿਆ ਹੈ। ਸਭਾ ਵਿਖੇ ਕਹਿ ਬੂਝਤ ਭਇਓ, ਉਸ ਸਮੇਂ ਮਹਾਰਾਜਾ ਬਿਕਰਮਾਜੀਤ ਵੀ ਦਾਸੀ ਦੇ ਕੋਲੋਂ ਜਦੋਂ ਇਹ ਸਾਰੀ ਗੱਲਬਾਤ ਪੁੱਛਣ ਲੱਗਿਆ ਸੀ, ਨਾਰੀ ਕਿਦੋਂ ਪੁਰਖ ਤੂੰ ਹੈ, ਕਹਿਣ ਲੱਗਿਆ ਵੀ ਮੈਨੂੰ ਸੱਚੀ ਗੱਲ ਦੱਸ, ਭਰੀ ਸਭਾ 'ਚ ਤੂੰ ਇਸਤਰੀ ਹੈ ਜਾਂ ਫਿਰ ਮਰਦ ਹੈ। ਕਿਉਂ ਤੂੰ ਪਾਪ ਕਰਤ ਬਹੁ ਰਹਿ, ਤੈਂ ਰੋਈਆਂ ਬੀਆਬਾਨਾਂ ਜੰਗਲਾਂ ਦੇ ਵਿੱਚ ਜਾ ਕਰਕੇ ਇਤਨੇ ਪਾਪ, ਇਤਨੇ ਗੁਨਾਹ ਕਾਹਦੇ ਵਾਸਤੇ ਕੀਤੇ ਸਨ। ਸੁਣ ਬੋਲੀ ਹੈ ਭੂਪਤ ਪਾਪੀ, ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਮਹਾਰਾਜਾ ਬਿਕਰਮਾਜੀਤ ਨੇ ਇਸ ਦਾਸੀ ਦੇ ਪਾਸੋਂ ਪੁੱਛੀਆਂ, ਹੁਣ ਜਿਸ ਪ੍ਰਕਾਰ ਇਹਨੇ ਵੀ ਆਪਣੇ ਵੱਲੋਂ ਜਥਾਯੋਗ ਜਵਾਬ ਦੇਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗਿਆ ਗੌਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਸੁਣ ਬੋਲੀ ਹੈ ਭੂਪਤ ਪਾਪੀ, ਮੈਂ ਪੰਦਕ ਪਾਪੀ ਸੰਤਾਪੀ। ਸੁਣ ਬੋਲੀ ਹੈ ਭੂਪਤ ਪਾਪੀ, ਮੈਂ ਪੰਦਕ ਪਾਪੀ ਸੰਤਾਪੀ। ਹੇ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੈ ਪੂਰਨ ਸਰਬ